ਕੱਲ ਯੂਐਸ ਨੇ ਜੋ ਅਮਰੀਕਨ ਸਿਟੀਜ਼ਨਸ ਯੂਕਰੇਨ ਦੇ ਵਿੱਚ ਰਹਿੰਦੇ ਹੈਗੇ ਆ ਉਹਨਾਂ ਨੂੰ ਵਾਰਨਿੰਗ ਇਸ਼ੂ ਕੀਤੀ ਸੀ ਵੀ ਜਾਂ ਤਾਂ ਅੰਬੈਸੀ ਚਲੇ ਜਾਓ ਜਾਂ ਆਪਣੀ ਸੇਫ ਜਗ੍ਹਾ ਤੇ ਚਲੇ ਜਾਓ। ਰਸ਼ੀਆ ਵਾਲੇ ਕੋਈ ਅਟੈਕ ਕਰ ਸਕਦੇ ਆ, ਇਹ ਵੀ ਹੋ ਸਕਦਾ ਵੀ ਕਿਸੇ ਅੰਬੈਸੀ ਦੇ ਉੱਤੇ ਵੀ ਕਰ ਦੇਣ। ਸੋ ਉੱਥੇ ਟੈਨਸ਼ਨ ਕਾਫੀ ਵਧਣ ਦੇ ਚਾਂਸ ਬਣੇ ਹੋਏ ਹੈਗੇ ਆ। ਅੱਜ ਦੀ ਤੀਜੀ ਜਿਹੜੀ ਸਭ ਤੋਂ ਵੱਡੀ ਖਬਰ ਆ ਉਹ ਈਰਾਨ ਨੂੰ ਹੀ ਲੈ ਕੇ ਹੈਗੀ ਆ। ਐਂਟੀ ਗਵਰਨਮੈਂਟ ਜਿਹੜੇ ਪ੍ਰੋਟੈਸਟ ਆ ਈਰਾਨ ਦੇ ਵਿੱਚ ਉਹ ਬਹੁਤ ਤੇਜ਼ੀ ਦੇ ਨਾਲ ਫੈਲ ਰਹੇ ਹੈਗੇ ਆ। ਪੂਰੇ ਈਰਾਨ ਦੇ ਵਿੱਚ ਜੋ ਕਮਿਊਨੀਕੇਸ਼ਨ ਆ ਉਸ ਨੂੰ ਕੱਟ ਕਰ ਦਿੱਤਾ ਗਿਆ ਆ। ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈਗਾ। ਹੁਣ ਤੱਕ 45 ਤੋਂ ਵੱਧ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਦੀ ਮੌਤ ਹੋ ਚੁੱਕੀ ਆ ਗਵਰਨਮੈਂਟ ਫੋਰਸਿਸ ਵੱਲੋਂ, ਜਿਨ੍ਹਾਂ ਚੋਂ 8 ਬੱਚੇ ਆ। ਨਾਰਵੇ ਬੇਸਡ ਈਰਾਨ ਹਿਊਮਨ ਰਾਈਟਸ ਐਨਜੀਓ ਇਹ ਰਿਪੋਰਟ ਕਰ ਰਹੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਥ੍ਰੈਟ ਕੀਤਾ ਸੀ ਭਈ ਜੇ ਈਰਾਨ ਦੀਆਂ ਸਿਕਿਉਰਿਟੀ ਫੋਰਸਿਸ ਨੇ ਪ੍ਰੋਟੈਸਟਰਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਐਕਸ਼ਨ ਲਵਾਂਗੇ। ਸੁਪਰੀਮ ਲੀਡਰ ਜਿਹੜਾ ਈਰਾਨ ਦਾ ਅਯਾਤੁੱਲਾ ਅਲੀ ਖਮੈਨੀ ਆ ਉਹਨਾਂ ਨੇ ਇਹ ਕਿਹਾ ਵੀ ਯੂਐਸ ਦੇ ਪ੍ਰੈਜ਼ੀਡੈਂਟ ਨੂੰ ਆਪਣੀ ਜਿਹੜੀਆਂ ਪ੍ਰੋਬਲਮ ਆ ਉਹ ਆਪਣੇ ਮੁਲਕ ਦੇ ਵਿੱਚ ਉਹਦੇ ਤੇ ਫੋਕਸ ਕਰਨਾ ਚਾਹੀਦਾ ਆ। ਸੋ ਸਟੇਟਮੈਂਟਾਂ ਤਾਂ ਉਹ ਜਾਰੀ ਕਰ ਦਿੰਦੇ ਆ ਪਰ ਬਾਅਦ ਦੇ ਵਿੱਚ ਜਦੋਂ ਹੁਣ ਅਮਰੀਕਾ ਵਾਲੇ ਕੋਈ ਐਕਸ਼ਨ ਲੈਣਗੇ ਫਿਰ ਉਹਨਾਂ ਨੂੰ ਪਤਾ ਲੱਗੂਗਾ। ਇੱਕ ਲਾਰਜ ਸਕੇਲ ਜਿਹੜੇ ਪ੍ਰੋਟੈਸਟ ਆ ਉਹ ਚੱਲ ਰਹੇ ਆ। 2022 ਦੇ ਵਿੱਚ ਇਹ ਪ੍ਰੋਟੈਸਟ ਸ਼ੁਰੂ ਹੋਏ ਸੀ ਜਦੋਂ ਮਾਸ਼ਾ ਅਮੀਨੀ ਨਾਮ ਦੀ ਇੱਕ 22 ਸਾਲਾਂ ਦੀ ਜਿਹੜੀ ਬੀਬੀ ਸੀ ਉਸ ਨੂੰ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ। ਸੋ ਈਰਾਨ ਦੀ ਜਿਹੜੀ ਲੀਡਰਸ਼ਿਪ ਆ ਉਹ ਅਮਰੀਕਾ ਦੇ ਉੱਤੇ ਬਲੇਮ ਕਰ ਰਹੀ ਆ ਵੀ ਜਿਹੜੇ ਪ੍ਰੋਟੈਸਟਰਸ ਆ ਇਹ ਟਰੰਪ ਦੀ ਚੱਕ ਵਿੱਚ ਆ ਕੇ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਆ। ਸੋ ਈਰਾਨ ਦੀ ਸਰਕਾਰ ਦੀ ਜਿਹੜੀ ਲੈਜਿਸਲੇਚੀ ਹੈਗੀ ਆ ਉਹ ਹੋਰ ਵੀ ਜਿਹੜੀ ਫ੍ਰੈਕਚਰਡ ਹੈਗੀ ਆ। ਵੀ ਕਿੱਦਾਂ ਉਹਨੂੰ ਡੈਮੋਕ੍ਰੈਟਿਕਲੀ ਇਲੈਕਟਿਡ ਗਵਰਨਮੈਂਟ ਕਹਿ ਸਕਦੇ ਆ ਜਦੋਂ ਤੁਸੀਂ ਆਪਣੇ ਹੀ ਲੋਕਾਂ ਨੂੰ ਜਿਹੜੇ ਬੜੇ ਪੀਸਫੁਲ ਪ੍ਰੋਟੈਸਟ ਕਰ ਰਹੇ ਹੈਗੇ ਆ ਉਹਨਾਂ ਨੂੰ ਤੁਸੀਂ ਮਾਰ ਰਹੇ ਹੈਗੇ ਆ। ਸੋ ਇਹਦੇ ਉੱਤੇ ਯੂਐਨ ਕੀ ਬੋਲਦੀ ਹੈ ਜਾਂ ਨਹੀਂ, ਪਰ ਅੱਜ ਦੀ ਡੇਟ ਦੇ ਵਿੱਚ ਹੁਣ ਫਿਰ ਪ੍ਰੋਟੈਸਟਰ ਜਿਹੜੇ ਆ ਉਹ ਵੀ ਵਾਇਲੈਂਟ ਹੋ ਰਹੇ। ਕਈ ਜਗ੍ਹਾ ਦੇ ਉੱਤੇ ਅੱਗਾਂ ਵੀ ਲੱਗੀਆਂ ਆ ਤੇ ਬਹੁਤ ਜਗ੍ਹਾ ਦੇ ਉੱਤੇ ਆਰਮੀ ਵੀ ਜਿਹੜੀ ਬੁਲਾ ਲਈ ਹੋਈ ਹੈਗੀ ਆ। ਰੇਜ਼ਾ ਪਹਿਲਾਵੀ ਜੋ ਸ਼ਾਹ ਆਫ ਈਰਾਨ ਦੇ ਜੋ ਸਨ ਹੈਗੇ ਆ ਉਹਨਾਂ ਦਾ ਮੁੰਡਾ ਆ ਜੋ ਉਹਨਾਂ ਨੇ ਇਹ ਕਿਹਾ ਵੀ ਕਾਫੀ ਦਹਾਕਿਆਂ ਤੋਂ ਲੋਕ ਜਿਹੜੇ ਆਜ਼ਾਦੀ ਭਾਲਦੇ ਹੈਗੇ ਆ ਤੇ ਅਮਰੀਕਾ ਦੀ ਸਰਕਾਰ ਨੂੰ ਜਿਹੜਾ ਸਾਡਾ ਸਾਥ ਦੇਣਾ ਚਾਹੀਦਾ ਹੈਗਾ। ਸੋ ਪੂਰੇ ਈਰਾਨ ਦੇ 100 ਤੋਂ ਵੱਧ ਸ਼ਹਿਰਾਂ ਦੇ ਵਿੱਚ 31 ਪ੍ਰੋਵਿੰਸਸ ਦੇ ਵਿੱਚ ਪ੍ਰੋਟੈਸਟ ਫੈਲ ਚੁੱਕਾ ਆ। ਦਰਜਨਾਂ ਦੇ ਕਰੀਬ ਜਿਹੜੇ ਲੋਕ ਆ ਉਹ ਮਾਰੇ ਜਾ ਚੁੱਕੇ ਹੈਗੇ ਆ। ਸੋ ਦਸੰਬਰ 29 2025 ਤੋਂ ਲੈ ਕੇ ਜਨਵਰੀ 8 2026 ਤਾਈਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਹੋ ਰਹੇ ਹੈਗੇ ਆ। ਤਹਿਰਾਨ ਦੇ ਪ੍ਰੋਸੀਕਿਊਟਰਸ ਇਹ ਕਹਿ ਰਹੇ ਆ ਵੀ ਜਿਹੜੇ ਪ੍ਰੋਟੈਸਟਰਸ ਆ ਉਹ ਵੈਂਡਲਿਜ਼ਮ ਕਰ ਰਹੇ ਆ ਤੇ ਉਹਨਾਂ ਨੂੰ ਡੈਥ ਪਲੈਂਟੀ ਜਿਹੜੀ ਆ ਦਿੱਤੀ ਜਾਊਗੀ। ਰੇਜ਼ਾ ਪਹਿਲਾਵੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੀ ਆ ਉਹ ਕਹਿੰਦੇ ਵੀ ਮੈਂ ਰੈਡੀ ਆ ਇੰਟਰਵੀਊ ਕਰਨ ਦੇ ਲਈ। ਜੋ ਇਹ ਭੱਜ ਕੇ ਉਦੋਂ ਆ ਗਿਆ ਸੀ ਸ਼ਾਹ ਆਫ ਈਰਾਨ ਦੇ ਫੈਮਿਲੀ ਤੇ ਉਹਨਾਂ ਨੇ ਇਹ ਕਿਹਾ ਵੀ ਮੈਂ 16 ਸਾਲਾਂ ਦਾ ਸੀਗਾ ਉਦੋਂ ਜਦੋਂ 1979 ਦੇ ਵਿੱਚ ਈਰਾਨ ਦਾ ਰੈਵੋਲੂਸ਼ਨ ਆਇਆ ਸੀ। ਉਹਦੇ ਜਿਹੜੇ ਫਾਦਰ ਦਾ ਰੂਲ ਸੀਗਾ ਉਸ ਟਾਈਮ ਦੇ ਉੱਤੇ ਉਹਨੂੰ ਟੌਪਲ ਕਰ ਦਿੱਤਾ ਸੀ। 40 ਸਾਲਾਂ ਤੋਂ ਉਹਦਾ ਫਾਦਰ ਜਿਹੜਾ ਉੱਥੇ ਰੂਲ ਕਰ ਰਿਹਾ ਸੀ। ਜੀ ਬਿਲਕੁਲ। ਸੋ ਹੁਣ ਤਾਂ ਮਾਹੌਲ ਜਿਹੜਾ ਟੋਟਲੀ ਡਿਫਰੈਂਟ ਈਰਾਨ ਦੇ ਵਿੱਚ ਬਣ ਚੁੱਕਾ। ਲੋਕ ਜਿੱਦਾਂ ਦੱਸਿਆ ਸੀ ਪਹਿਲਾਂ ਵੀ ਅੱਕੇ ਪਏ ਆ। ਤੁਸੀਂ ਸਾਈਡ ਤੇ ਜਿਹੜੇ ਵੀਡੀਓ ਦੇ ਜ਼ਰੀਏ ਦੇਖ ਰਹੇ ਉਹਨਾਂ ਨੇ ਦੇਖਿਆ ਜਾਂ ਵੀ ਲੋਕ ਚੱਕ ਰਹੇ ਆ ਫੱਟੇ। ਹੁਣ ਤਾਂ ਵੀ ਇਹ ਹੁਣ ਦੇਖਣ ਵਾਲੀ ਜਿਹੜੀ ਆ ਉਹ ਗੱਲ ਆ ਵੀ ਸਤੇ ਪਏ ਨੇ ਉੱਥੇ। ਸੋ ਉਹਨਾਂ ਨੇ ਟਰੰਪ ਸਟਰੀਟ ਕਈ ਸਟਰੀਟਾਂ ਦਾ ਨਾਮ ਜਿਹੜਾ ਉਹ ਚੇਂਜ ਕਰ ਦਿੱਤਾ। ਸੋ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਇੱਕ ਇੰਡੀਆ 'ਚ ਵੀ ਟਰੰਪ ਲੈਂਡ ਦੀ ਗੱਲ ਜਿਹੜੀ ਨਾਲ ਦੇ ਨਾਲ ਚੱਲ ਰਹੀ ਆ ਤੇ ਈਰਾਨ ਵਾਲੇ ਲੋਕ ਆਪਣੇ ਪੱਧਰ ਦੇ ਉੱਤੇ ਹੀ ਉਹ ਜਿਹੜੀਆਂ ਸਟਰੀਟਾਂ ਦੇ ਨਾਮ ਆ ਉੱਤੇ ਪੇਂਟ ਕਰਕੇ ਟਰੰਪ ਲੇਨ ਜਾਂ ਟਰੰਪ ਸਟਰੀਟ ਜਿਹੜੀ ਉਹ ਰੱਖ ਰਹੇ ਆ। ਸੋ ਟਰੰਪ ਹੁਣਾਂ ਨੂੰ ਬੇਸਿਕਲੀ ਉਹ ਸੱਦਾ ਦੇ ਰਹੇ ਆ ਵੀ ਆਓ ਤੇ ਸਾਨੂੰ ਇਸ ਰਜੀਮ ਤੋਂ ਜਿਹੜਾ ਉਹ ਛੁਟਕਾਰਾ ਜਿਹੜਾ ਉਹ ਦਵਾਓ। ਸੋ ਪ੍ਰੈਜ਼ੀਡੈਂਟ ਆਫ ਪੀਸ ਦੇਖਦੇ ਆ ਵੀ ਹੁਣ ਅੱਗੇ ਕਿਵੇਂ ਇਸ ਨੂੰ ਅੱਗੇ ਜਿਹੜਾ ਉਹ ਕਰਦੇ ਆ। ਜਿੱਥੇ 7-8 ਲੜਾਈਆਂ ਰੋਕਣ ਦਾ ਉਹ ਦਾਅਵਾ ਕਰ ਰਹੇ ਆ, ਨਾਲ ਦੇ ਨਾਲ ਮਿਲਟਰੀ ਐਕਸ਼ਨ ਵੀ ਜਿਹੜਾ ਉਹ ਕਰਨ ਤੋਂ ਪਿੱਛੇ ਹਿਚਕਿਚਾਹਟ ਉਹਨਾਂ ਕੋਲ ਨਹੀਂ ਹੈਗੀ। ਸੋ ਲੈਟਸ ਸੀ ਕੀ ਜਿਹੜਾ ਹੈ ਇਹਨਾਂ ਮਾਮਲਿਆਂ ਦੇ ਵਿੱਚ ਹੁਣ ਅੱਗੇ ਬਣਦਾ ਹੈਗਾ ਆ।